ਅੱਗੇ ਪੜ੍ਹਦੇ ਹਾਂ ਜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਦੇਖ ਲੈਂਦੇ ਹਾਂ ਜੀ। ਐਨੂਅਲ ਰੇਂਜ ਆਫ ਟੈਂਪਰੇਚਰ is greater in the Pacific Ocean than that in the Atlantic Ocean. Annual range ਦੇਖੋ ਹੁਣ ਪੈਸੀਫਿਕ ਓਸ਼ਨ ਵੱਡਾ ਆ ਕਿ ਅਟਲਾਂਟਿਕ। ਪੈਸੀਫਿਕ ਓਸ਼ਨ ਜਿਹੜਾ ਹੁਣ ਵੱਡਾ ਹੋਏਗਾ ਓਸ਼ੀਅਨ, ਇਹਦਾ ਮਤਲਬ ਉਹਦੇ ਵਿੱਚ ਟੈਂਪਰੇਚਰ ਜ਼ਿਆਦਾ ਡਿਸਟਰੀਬਿਊਟ ਹੋ ਜਾਏਗਾ, ਜ਼ਿਆਦਾ ਉਹਦੇ ਵਿੱਚ ਟੈਂਪਰੇਚਰ ਕੌਂਸਟੈਂਟ ਰਹੇਗਾ। ਮੀਨ ਜੇ ਠੰਡ ਵੀ ਹੋ ਗਈ ਤਾਂ ਵੀ ਇੰਨਾ ਚੇਂਜ ਨਹੀਂ ਹੋਣਾ, ਜੇ ਗਰਮੀ ਵੀ ਹੋ ਗਈ ਤਾਂ ਵੀ ਇੰਨਾ ਚੇਂਜ ਨਹੀਂ ਹੋਣਾ, ਕਿਉਂਕਿ ਉਹ ਵੱਡਾ ਆ। ਕਿਉਂਕਿ ਪਾਣੀ ਦੀ ਸਪੈਸੀਫਿਕ ਹੀਟ ਵੈਸੇ ਹੀ ਜ਼ਿਆਦਾ ਹੁੰਦੀ ਆ। ਤਾਂ ਜਿਹੜਾ ਸਮੁੰਦਰ ਜ਼ਿਆਦਾ ਵੱਡਾ ਆ ਉਹਦੇ ਵਿੱਚ ਰੇਂਜ ਵੀ ਕੀ ਆ, ਘੱਟ ਹੋਏਗੀ, ਕਿਉਂਕਿ ਟੈਂਪਰੇਚਰ ਇੱਕ ਘੱਟ ਰੇਂਜ ਵਿੱਚ ਹੀ ਰਹਿ ਜਾਏਗਾ। ਅਤੇ ਅਟਲਾਂਟਿਕ ਓਸ਼ਨ ਕਿਉਂਕਿ ਦੋਨਾਂ ਪਾਸਿਆਂ ਤੋਂ ਲੈਂਡ ਮਾਸ ਨਾਲ ਘਿਰਿਆ ਆ, ਇਹਦੇ ਵਿੱਚ ਟੈਂਪਰੇਚਰ ਦੀ ਡਿਸਟਰੀਬਿਊਸ਼ਨ ਉਨੀ ਨਹੀਂ ਹੋਣੀ। ਤਾਂ ਜੇ ਠੰਡ ਹੋ ਗਈ ਤਾਂ ਠੰਡ ਵੱਲ ਚੱਲ ਜਾਣਾ ਟੈਂਪਰੇਚਰ, ਗਰਮੀ ਹੋ ਗਈ ਤਾਂ ਕੰਪੈਰੀਟਿਵਲੀ ਗਰਮੀ ਵੱਲ ਚੱਲ ਜਾਣਾ। ਕਿਹਦੇ ਕੰਪੈਰੀਜ਼ਨ? ਪੈਸੀਫਿਕ ਓਸ਼ਨ ਦੇ ਕੰਪੈਰੀਜ਼ਨ। ਇਸ ਲਈ ਐਨੂਅਲ ਰੇਂਜ ਆ ਜਿਹੜੀ ਉਹ ਅਟਲਾਂਟਿਕ ਓਸ਼ਨ ਵਿੱਚ ਜ਼ਿਆਦਾ ਹੋਏਗੀ, ਪੈਸੀਫਿਕ ਨਹੀਂ। ਇਹ ਪੁਆਇੰਟ ਹੋ ਗਿਆ ਗਲਤ। ਕਰੈਕਟ ਸਟੇਟਮੈਂਟ ਚੱਕਣੀ ਆ ਜੀ ਆਪਾਂ। ਐਨੂਅਲ ਰੇਂਜ ਆਫ ਟੈਂਪਰੇਚਰ ਇਜ਼ ਗ੍ਰੇਟਰ ਇਨ ਦਾ ਨਾਰਦਰਨ ਹੈਮੀਸਫੀਅਰ ਦੈਨ ਡੈਟ ਇਨ ਦਾ ਸਾਊਥਰਨ ਹੈਮੀਸਫੀਅਰ। ਇਹ ਗੱਲ ਸਹੀ ਹੈ ਜੀ। ਦੇਖੋ ਧਰਤੀ ਆ, ਧਰਤੀ ਦੇ ਸਾਊਥ ਵਾਲੇ ਹਿੱਸੇ ਵਿੱਚ ਲੈਂਡ ਮਾਸ ਘੱਟ ਆ, ਪਾਣੀ ਜ਼ਿਆਦਾ ਆ। ਇਹਦਾ ਮਤਲਬ ਉਹਦੇ ਵਿੱਚ ਟੈਂਪਰੇਚਰ ਕਾਫੀ ਕੌਂਸਟੈਂਟ ਜਿਹਾ ਰਹਿਣਾ ਆ, ਮੀਨ ਇਹਦੀ ਰੇਂਜ ਘੱਟ ਹੋਣੀ ਆ ਚੇਂਜ ਦੀ। ਪਰ ਉੱਤਰੀ ਗੋਲਾਰਧ ਵਿੱਚ ਕੀ ਆ, ਲੈਂਡ ਮਾਸ ਆ, ਤਾਂ ਧਰਤੀ ਤੁਹਾਨੂੰ ਪਤਾ ਜ਼ਿਆਦਾ ਜਲਦੀ ਹੀਟ ਅਬਜ਼ੋਰਬ ਕਰਦੀ ਹੈ, ਜ਼ਿਆਦਾ ਗਰਮ ਹੋ ਜਾਂਦੀ ਆ। ਜੇ ਠੰਡ ਆ ਤਾਂ ਠੰਡਾ ਹੋ ਜਾਣਾ ਜੀ ਲੈਂਡ ਮਾਸ ਵਾਲਾ ਹਿੱਸਾ। ਇਹਦਾ ਮਤਲਬ ਨਾਰਦਰਨ ਹੈਮੀਸਫੀਅਰ ਵਿੱਚ ਐਨੂਅਲ ਰੇਂਜ ਆਫ ਟੈਂਪਰੇਚਰ ਜ਼ਿਆਦਾ ਹੋਏਗੀ। ਇਹ ਵੀ ਗੱਲ ਸਹੀ ਹੈ ਜੀ, ਇਹ ਗੱਲ ਸਹੀ ਆ। ਪਹਿਲੇ ਵਾਲੀ ਗੱਲ ਤਾਂ ਆਨਸਰ ਆ ਜਾਣਾ ਜੀ ਓਨਲੀ 2, B ਆਨਸਰ ਹੈ ਜੀ। ਆਹ ਦੇਖ ਲੈਂਦੇ ਆਪਾਂ। ਆਹ ਦੇਖੋ ਪੈਸੀਫਿਕ ਓਸ਼ਨ ਇੱਥੋਂ ਸ਼ੁਰੂ ਹੁੰਦਾ ਹੈ ਜੀ, ਹੈ ਨਾ, ਇੱਥੋਂ ਇੱਧਰ ਵੀ ਕਿਉਂਕਿ ਧਰਤੀ ਗੋਲ ਆ, ਇੱਥੋਂ ਪਿੱਛੋਂ ਦੀ ਇੰਨਾ। ਤਾਂ ਜਿਹੜਾ ਅਟਲਾਂਟਿਕ ਓਸ਼ੀਅਨ ਆ ਇਹਦੇ ਦੋਨੇ ਪਾਸੇ ਕੀ ਆ, ਲੈਂਡ ਮਾਸ ਆ। ਇਹ ਗੱਲ ਹੋ ਗਈ। ਬਾਕੀ ਤੁਸੀਂ ਆਹ ਦੇਖ ਲਓ, ਇੱਥੇ ਇਕੁਏਟਰ ਪਾਸ ਹੁੰਦੀ ਹੈ ਇੱਥੋਂ, ਅਤੇ ਇਹਦੇ ਉੱਤੇ ਕੀ ਆ, ਲੈਂਡ ਮਾਸ ਜ਼ਿਆਦਾ ਆ। ਅੱਗੇ ਦੇਖੋ ਜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। Albedo of an object determines its visual brightness when viewed with reflector light. Albedo ਕੀ ਹੁੰਦੀ ਹੈ ਜੀ? ਜਿਸ ਤਰ੍ਹਾਂ ਕੋਈ ਸਰਫੇਸ ਆ, ਉਸ ਸਰਫੇਸ 'ਤੇ ਸੂਰਜ ਦੀ ਰੋਸ਼ਨੀ ਪਈ ਤਾਂ ਜਿੰਨੀ ਰੋਸ਼ਨੀ ਪਈ ਉਹਦਾ ਕਿੰਨਾ ਪਰਸੈਂਟ ਰਿਫਲੈਕਟ ਹੋ ਜਾਂਦਾ, ਉਹਨੂੰ ਕਹਿੰਦੇ ਜੀ ਅਲਬੀਡੋ। ਅਤੇ ਇਹ ਡਿਟਰਮਾਈਨ ਕਰਦਾ ਵੀ ਉਹ ਕਿੰਨਾ ਬਰਾਈਟ ਆ, ਕੋਈ ਵੀ ਸਰਫੇਸ ਕਿੰਨਾ ਬਰਾਈਟ ਆ। ਇਹ ਗੱਲ ਸਹੀ ਹੈ ਜੀ, ਪਹਿਲੀ ਪੁਆਇੰਟ ਸਹੀ ਆ। Albedo of Mercury is much greater than the albedo of the Earth. Basically ਇਹ ਗਲਤ ਆ, ਦੂਸਰੀ ਸਟੇਟਮੈਂਟ ਗਲਤ ਆ। ਆਨਸਰ ਹੈ ਜੀ 1 ਓਨਲੀ। ਪੜ੍ਹ ਲੈਂਦੇ ਹਾਂ ਜੀ। Albedo is the fraction of the incident sunlight that is reflected back. ਉਹਨੂੰ ਕਹਿੰਦੇ albedo. When an object reflects most of the light that hits it and looks bright, then it has high albedo. ਜੇ ਰਿਫਲੈਕਟਰ ਲਾਈਟ ਜ਼ਿਆਦਾ ਆ ਤੇ ਕੋਈ ਸਰਫੇਸ ਬਰਾਈਟ ਲੱਗਦਾ ਸਾਨੂੰ, ਇਹਦਾ ਮਤਲਬ ਉਹਦੀ ਅਲਬੀਡੋ ਵੀ ਜ਼ਿਆਦਾ ਹੋਏਗੀ। ਠੀਕ ਹੈ। ਅਲਬੀਡੋ ਆਫ ਮਰਕਰੀ ਇਜ਼ 0.1 ਐਂਡ ਡੈਟ ਆਫ ਦਾ ਅਰਥ ਇਜ਼ 0.30। ਅਤੇ ਮਰਕਰੀ ਦੀ ਅਲਬੀਡੋ ਘੱਟ ਆ, ਅਰਥ ਦੀ ਅਲਬੀਡੋ ਜ਼ਿਆਦਾ ਆ। 0.3 ਜ਼ਿਆਦਾ ਹੋ ਗਿਆ 0.1 ਨਾਲੋਂ। ਆਨਸਰ ਹੈ ਜੀ A, ਓਨਲੀ 1 ਸਹੀ ਆ। ਫॉर ਇੰਡੀਆ, ਚਾਈਨਾ, UK and USA. Which one of the following is the correct sequence of the median age of their population? ਦੇਖੋ ਜੀ median age ਕੀ ਹੁੰਦੀ ਆ? ਜੇ ਕਿਸੇ ਦੇਸ਼ ਵਿੱਚ ਜੋ ਪਾਪੂਲੇਸ਼ਨ ਆ, ਜਿੰਨੇ ਨੰਬਰ ਆਫ ਪੀਪਲ ਆ ਅਲੱਗ-ਅਲੱਗ ਪਾਪੂਲੇਸ਼ਨ ਦੇ, ਉਹਨੂੰ ਅਸੀਂ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਆਰਡਰ ਵਿੱਚ ਲਿਖ ਲਈਏ ਤਾਂ ਜੋ ਉਹਦਾ ਵਿਚਕਾਰਲੀ ਏਜ ਹੁੰਦੀ ਹੈ ਨਾ, ਉਹਨੂੰ ਕਹਿੰਦੇ ਜੀ ਮੀਡੀਅਨ। ਕੋਈ ਵੀ ਡਾਟਾ ਆ ਉਹਨੂੰ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਆਰਡਰ ਵਿੱਚ ਲਿਖ ਲਓ ਤਾਂ ਜੋ ਵਿਚਕਾਰਲੀ ਪੁਆਇੰਟ ਹੁੰਦਾ ਜੀ ਉਹਨੂੰ ਕਹਿੰਦੇ ਜੀ ਮੀਡੀਅਨ। ਹੁਣ ਇਹਨਾਂ 'ਚ ਦੇਖੋ ਜੀ ਮੀਡੀਅਨ ਦੀ ਸੀਕੁਐਂਸ ਕੀ ਹੈ ਜੀ? ਮੀਡੀਅਨ ਤੋਂ 50% ਘੱਟ ਹੁੰਦੇ ਆ, 50% ਜ਼ਿਆਦਾ ਹੁੰਦੇ ਆ। ਠੀਕ, ਆਨਸਰ ਹੈ ਜੀ B। ਇੰਡੀਆ ਦੀ ਘੱਟ ਹੈ ਜੀ ਮੀਡੀਅਨ ਏਜ, ਚਾਈਨਾ ਦੀ ਜ਼ਿਆਦਾ ਆ, USA ਦੀ ਹੋਰ ਜ਼ਿਆਦਾ ਹੈ, UK ਦੀ ਇਹਨਾਂ ਤੋਂ ਜ਼ਿਆਦਾ ਹੈ ਜੀ। ਮੀਡੀਅਨ ਏਜ ਕੀ ਹੁੰਦੀ ਹੈ? ਏਜ ਐਟ ਵਿਚ
50% ऑफ द पॉपुलेशन इज ओल्डर एंड 50% इज यंगर। मैं दसिया कि इंक्रीजिंग या डिक्रीजिंग सीक्वेंस च लिखो तो जो विचकारला वाली होएगी जी डाटा ਉਹਨੂੰ ਕਹਿੰਦੇ ਜੀ ਮੀਡੀਅਨ ਤੇ 50% ਇਸ ਤੋਂ ਘੱਟ ਹੁੰਦੇ ਆ ਤੇ 50% ਇਸ ਤੋਂ ਜ਼ਿਆਦਾ ਹੁੰਦੇ ਆ ਜੀ। ਤਾਂ ਜੋ ਸਾਨੂੰ ਦਿੱਤਾ ਆ ਉਸ ਹਿਸਾਬ ਨਾਲ ਇੰਡੀਆ, ਫਿਰ ਚਾਈਨਾ, ਫਿਰ USA, ਫਿਰ UK ਆ ਜੀ ਕਰੈਕਟ ਆਰਡਰ। ਇਨ ਆਰਡਰ ਆਫ देयर डिस्टेंसेस फ्रॉम द सन, ਸੂਰਜ ਤੋਂ ਦੂਰੀ ਦੀ ਗੱਲ ਹੋ ਰਹੀ ਹੈ। ਵਿਚ ਆਫ ਦ ਫੋਲੋਇੰਗ ਪਲੈਨਟਸ ਲਾਈ ਬਿਟਵੀਨ ਮਾਰਸ ਐਂਡ ਯੂਰੇਨਸ, ਦੱਸੋ ਜੀ ਮਾਰਸ ਐਂਡ ਯੂਰੇਨਸ ਵਿੱਚ ਕਿਹੜਾ ਗ੍ਰਹਿ ਹੁੰਦਾ ਜੀ ਮਾਰਸ ਤੇ ਯੂਰੇਨਸ ਵਿੱਚ। ਆ ਦੇਖੋ ਜੀ ਜੇ ਤੁਹਾਨੂੰ ਸੀਕੁਐਂਸ ਪਤਾ ਆ, ਪਹਿਲਾਂ ਮਰਕਰੀ ਆ, ਵੀਨਸ, ਅਰਥ, ਮਾਰਸ, ਜੁਪੀਟਰ, ਸੈਚਰਨ, ਯੂਰੇਨਸ ਤੇ ਨੈਪਚੂਨ। ਮਾਰਸ ਤੇ ਯੂਰੇਨਸ ਵਿੱਚ ਕਿਹੜੇ ਆਉਂਦੇ ਆ ਜੀ ਜੁਪੀਟਰ ਤੇ ਸੈਚਰਨ। ਲਿਖ ਦਿਓ ਜੀ ਜੁਪੀਟਰ ਐਂਡ ਸੈਚਰਨ, ਬੀ ਆਂਸਰ ਹੈ ਜੀ। Which one of the following planets has largest number of natural satellites or moon, ਦੱਸੋ ਜੀ। ਇੱਕ ਪਲੈਨਟ ਆ ਉਹਦੇ ਦੁਆਲੇ ਘੁੰਮਦਾ ਘੁੰਮਦਾ ਕੀ ਹੁੰਦਾ, ਕੋਈ ਨਾ ਕੋਈ ਗ੍ਰਹਿ ਹੁੰਦਾ ਜੀ ਜਨਰਲੀ, ਕਈਆਂ ਦੇ ਨਹੀਂ ਵੀ ਹੁੰਦੇ। ਜਿੱਦਾਂ ਅਰਥ ਦਾ ਉਪਗ੍ਰਹਿ ਕਿਹੜਾ ਹੈ ਜੀ, ਅਰਥ ਦੇ ਦੁਆਲੇ ਕੌਣ ਘੁੰਮਦਾ, ਹਾਂ ਅਰਥ ਆ, ਮੰਨ ਲਓ ਜਿਆਦਾ ਖਰਾਬ ਹੋ ਗਿਆ, ਆ ਅਰਥ ਆ, ਅਰਥ ਦੇ ਦੁਆਲੇ ਕੌਣ ਘੁੰਮਦਾ, ਚੰਨ। ਉਸੇ ਪ੍ਰਕਾਰ ਦੱਸਣਾ ਹੈ ਜੀ ਕਿਹੜੇ ਗ੍ਰਹਿ ਦੇ ਨੈਚੁਰਲ ਸੈਟੇਲਾਈਟਸ ਜਾਂ ਚੰਦਰਮਾ ਮੂਨਸ ਸਭ ਤੋਂ ਜ਼ਿਆਦਾ ਹੈ ਜੀ। ਇਹ ਤੁਹਾਨੂੰ ਕਨਫਿਊਜ਼ਨ ਹੋ ਜਾਣੀ ਹੈ ਜੂਪੀਟਰ ਤੇ ਸੈਚਰਨ ਵਿੱਚ। ਕਈ ਵਾਰ ਡਾਟੇ ਵਿੱਚ ਜੂਪੀਟਰ ਦੇ ਜ਼ਿਆਦਾ ਸੀ, ਕਈ ਵਾਰ ਸੈਚਰਨ ਸ਼ਨੀ ਦੇ ਜ਼ਿਆਦਾ ਆ, ਤੇ ਇਸ ਵੇਲੇ ਸ਼ਨੀ ਦੇ ਜ਼ਿਆਦਾ ਜੀ 145 ਦੇ ਕਰੀਬ ਆ। ਇੱਕਦਮ ਸਾਨੂੰ 62 ਨਵੇਂ ਸੈਟੇਲਾਈਟ ਮਿਲੇ ਸੀ ਸੈਚਰਨ ਦੇ, ਤਾਂ ਫਿਰ ਉਹਦੀ ਸੰਖਿਆ ਕਾਫੀ ਜ਼ਿਆਦਾ ਹੋ ਗਈ। ਸ਼ਨੀ ਗ੍ਰਹਿ ਸੈਚਰਨ ਗ੍ਰਹਿ ਦੇ ਸਭ ਤੋਂ ਜ਼ਿਆਦਾ ਆ ਜੀ ਉਪਗ੍ਰਹਿ ਸੈਟੇਲਾਈਟ ਚੰਦਰਮਾ ਵਗੈਰਾ। ਇਨ ਦਾ ਸਟਰਕਚਰ ਆਫ ਪਲੈਨਟ ਅਰਥ ਬਿਲੋ ਦਾ ਮੈਂਟਲ, ਦੱਸੋ ਜੀ ਆਹ ਸਾਡਾ ਕੀ ਆ ਅਰਥ ਆ। ਅਰਥ ਦੇ ਸੈਂਟਰ 'ਚ ਕੀ ਆ ਕੋਰ ਆ, ਠੀਕ ਆ। ਉਸ ਤੋਂ ਉੱਤੇ ਕੀ ਆ ਆਹ ਵਾਲਾ ਹਿੱਸਾ ਮੈਂਟਲ, ਸਭ ਤੋਂ ਉੱਪਰ ਵਾਲਾ ਹਿੱਸਾ ਕੀ ਹੁੰਦਾ ਕਰਸਟ। ਹੁਣ ਦੱਸਦੇ ਪਏ ਆ ਕਿ ਮੈਂਟਲ ਤੋਂ ਥੱਲੇ ਦਾ ਕੋਰ ਇਜ਼ ਮੇਨਲੀ ਮੇਡ ਅਪ ਆਫ ਵਿਚ ਵਨ ਆਫ ਦਾ ਫੋਲੋਇੰਗ। ਜਿਹੜੀ ਕੋਰ ਆ ਨਾ ਸਾਡੀ ਆ ਸੈਂਟਰ ਵਾਲੀ, ਬਿਲਕੁਲ ਸੈਂਟਰ ਵਾਲੀ, ਇਹਦੇ ਵਿੱਚ ਆਇਰਨ ਤੇ ਨਿਕਲ ਹੁੰਦਾ ਜੀ। ਆਂਸਰ ਵਿੱਚ ਨਿਕਲ ਨਹੀਂ ਦਿੱਤਾ, ਬੇਸਿਕਲੀ ਆਇਰਨ ਆ ਜੀ, ਕੋਰ ਵਿੱਚ ਜ਼ਿਆਦਾ ਆਇਰਨ ਆ, ਲੋਹਾ। The core of the earth is made up of nickel and iron, ठीक है जी। Consider the following statements. On the planet earth, धरती की गल हो रही है, the fresh water available for use amounts to about less than 1% of the total water found। ये गल सही है कि धरती ते जिहड़ा फ्रैश वाटर आ ना पीण योग पानी, जिहदे विच लवण वगैरह लूण वगैरह नहीं बहुता घुलिया होया, फ्रैश वाटर ਉਹ ਟੋਟਲ ਵਾਟਰ ਦਾ 1% ਤੋਂ ਘੱਟ ਆ। ਪੁਆਇੰਟ ਸਹੀ ਹੈ ਜੀ। ਆਫ ਦਾ ਟੋਟਲ ਫਰੈਸ਼ ਵਾਟਰ ਫਾਊਂਡ ਔਨ ਦਾ ਪਲੈਨਟ ਅਰਥ ਧਰਤੀ ਤੇ ਜਿਹੜਾ ਜਿੰਨਾ ਫਰੈਸ਼ ਵਾਟਰ ਪਾਇਆ ਜਾਂਦਾ 95% ਇਜ਼ ਬਾਉਂਡ ਅਪ ਇਨ ਪੋਲਰ ਆਈਸ ਕੈਪਸ ਐਂਡ ਗਲੇਸ਼ੀਅਰਸ। ਇਹ ਗੱਲ ਹੈ ਜੀ ਕਿ ਮੈਕਸਿਮਮ ਪਰਸੈਂਟੇਜ ਫਰੈਸ਼ ਵਾਟਰ ਦਾ ਕਿੱਥੇ ਹੈ ਜੀ ਧਰੁਵਾਂ ਤੇ ਜੰਮੀ ਹੋਈ ਬਰਫ਼ ਤੇ ਗਲੇਸ਼ੀਅਰ ਵਿੱਚ ਜੰਮੀ ਹੋਈ ਬਰਫ਼, ਪਰ ਇਹ 95% ਨਹੀਂ ਹੈ ਜੀ, ਇਹ ਤਕਰੀਬਨ 67% ਦੇ ਕਰੀਬ ਆ, 95% ਨਹੀਂ ਹੈ ਜੀ। ਦੂਸਰਾ ਪੁਆਇੰਟ ਹੋ ਗਿਆ ਗਲਤ, ਕਰੈਕਟ ਚੱਕਣਾ ਜੀ। ਆਂਸਰ ਹੈ ਜੀ ਏ, 1 ਓਨਲੀ। ਇਹ ਜੀ 95% ਨਹੀਂ ਆ, ਲਗਭਗ 70% ਆ। ਅੱਛਾ ਇਹਦੇ ਉੱਤੇ ਪ੍ਰਸ਼ਨ ਬਾਰ-ਬਾਰ ਆ ਰਿਹਾ, ਅੱਗੇ ਜਾ ਕੇ ਵੀ ਆਏਗਾ ਸੀਕੁਐਂਸ ਵੀ ਟੋਟਲ ਵਾਟਰ ਕਿੰਨਾ ਆ, ਸਾਲਟ ਵਾਟਰ ਕਿੰਨਾ ਆ, ਫਰੈਸ਼ ਵਾਟਰ ਕਿੱਥੇ ਆ, ਫਰੈਸ਼ ਵਾਟਰ ਮੈਕਸੀਮਮ ਕਿੱਥੇ ਆ, ਉਸ ਤੋਂ ਬਾਅਦ ਕਿੱਥੇ ਪਾਇਆ ਜਾਂਦਾ, ਇਹ ਡਾਟਾ ਅੱਗੇ ਵੀ ਆਏਗਾ ਤੁਹਾਨੂੰ। ਆ ਦੇਖੋ ਜੀ ਇਹ ਜੋਗ੍ਰਾਫਿਕ ਏਰੀਆ ਦਿੱਤਾ ਜੀ ਐਟ ਐਨ ਆਲਟੀਟਿਊਡ ਆਫ 400 ਮੀਟਰ हैज़ फॉलोइंग करैक्टरिस्टिक्स। देखो जी जनवरी फरवरी मार्च अप्रैल मई जून जुलाई अगस्त दिसंबर तक का एवरेज मैक्सिमम टैंपरेचर इन डिग्री सैल्सियस। जनवरी में भी काफ़ी ज़्यादा टैंपरेचर 31 देखो टैंपरेचर कॉन्सटेंट जहा रह रहा अप्रैल तक, ठीक है ना। फिर मई 30 हो गया, जून 30 हो गया, 29 28 29 29 30 31 कहने का भाव टैंपरेचर कॉन्सटेंट रह रहा, लगभग कॉन्सटेंट आ। एवरेज मिनीमम टैंपरेचर भी कॉन्सटेंट जहा रह रहा,
ਤੇ ਟੈਂਪਰੇਚਰ ਰੇਂਜ ਕੋਈ ਬਹੁਤੀ ਜ਼ਿਆਦਾ ਨਹੀਂ ਆ, ਮੈਕਸੀਮਮ ਤੇ ਮਿਨੀਮਮ ਵਿੱਚ। ਇਸ ਤੋਂ ਇਲਾਵਾ ਦੇਖੋ ਰੇਨਫਾਲ ਜਨਵਰੀ ਫਰਵਰੀ ਵਿੱਚ ਥੋੜ੍ਹੀ ਘੱਟ ਆ, ਪਰ ਫਿਰ ਵੀ ਕਾਫੀ ਜ਼ਿਆਦਾ ਆ। ਮਾਰਚ ਅਪ੍ਰੈਲ ਮਈ 140 158 ਦੇਖੋ ਆਹੀ ਚੱਲਦੀ ਪਈ ਆ, 198 ਤੱਕ ਪਹੁੰਚ ਗਈ ਨਵੰਬਰ ਵਿੱਚ। ਰੇਨਫਾਲ ਵੀ ਕਾਫੀ ਆ। ਇਹ ਹੁਣ ਪੁੱਛਿਆ ਜੀ, ਇਫ ਦਿਸ ਜੋਗ੍ਰਾਫਿਕ ਏਰੀਆ were to have a natural forest, which one of the following would it most likely be? ਜੇ ਇਸ ਥਾਂ ਤੇ ਨੈਚੁਰਲ ਫੋਰੈਸਟ ਹੋਵੇ ਤਾਂ ਕਿਹੜਾ ਹੋਏਗਾ ਜੀ ਉਹ? ਇਹ ਹੈ ਜੀ ਟ੍ਰੋਪੀਕਲ ਰੇਨ ਫੋਰੈਸਟ। ਟ੍ਰੋਪੀਕਲ ਰੇਨ ਫੋਰੈਸਟ ਵਿੱਚ ਇਸ ਕੀ ਹੁੰਦਾ, ਟੈਂਪਰੇਚਰ ਜ਼ਿਆਦਾ ਹੁੰਦਾ, ਕੌਂਸਟੈਂਟ ਜਿਹਾ ਹੁੰਦਾ ਤੇ ਰੇਨਫਾਲ ਵੀ ਜ਼ਿਆਦਾ ਹੁੰਦੀ ਹੈ ਜੀ। ਟ੍ਰੋਪੀਕਲ ਰੇਨ ਫੋਰੈਸਟ ਡੀ ਆਨਸਰ ਹੈ ਜੀ। ਤੁਸੀਂ ਨਾ ਇੱਦਾਂ ਡਾਟੇ 'ਚ ਦੇਖ ਕੇ ਡਰ ਨਹੀਂ ਜਾਣਾ, ਬਸ ਉਹਦਾ ਨਾ ਉਹ ਦੇਖਣਾ ਆ, ਉਹਦਾ ਪੈਟਰਨ ਦੇਖਣਾ ਆ ਡਾਟੇ ਦਾ, ਟੈਂਪਰੇਚਰ ਦਾ ਕੀ ਪੈਟਰਨ ਆ, ਰੇਨਫਾਲ ਦਾ ਕੀ ਪੈਟਰਨ ਆ। ਟ੍ਰੋਪੀਕਲ ਰੇਨ ਫੋਰੈਸਟਸ ਆਰ ਵਾਰਮ ਐਂਡ ਹਿਊਮਿਡ। ਕੀ ਹੁੰਦਾ ਇੱਥੇ ਜੀ, ਗਰਮੀ ਹੁੰਦੀ ਹੈ ਤੇ ਨਮੀ ਵੀ ਹੁੰਦੀ ਹੈ। ਟੈਂਪਰੇਚਰ ਰੇਂਜ ਕਿੰਨਾ ਜੀ, 21 ਤੋਂ 30 ਡਿਗਰੀ ਸੈਲਸੀਅਸ, ਤੇ ਐਵਰੇਜ ਐਨੂਅਲ ਟੈਂਪਰੇਚਰ ਆਫ ਟ੍ਰੋਪੀਕਲ ਰੇਨ ਫੋਰੈਸਟ ਇਜ਼ ਅਬਵ 20 ਡਿਗਰੀ ਸੈਲਸੀਅਸ, 20 ਤੋਂ ਉੱਤੇ ਹੁੰਦਾ ਜੀ। ਤੇ ਪ੍ਰੈਸੀਪੀਟੇਸ਼ਨ ਮੀਂਹ ਕਿੰਨਾ ਪੈਂਦਾ, ਠੀਕ ਠਾਕ ਪੈਂਦਾ ਜੀ, 152 ਤੋਂ 406 ਸੈਂਟੀਮੀਟਰ ਮੀਂਹ ਵੀ ਵਧੀਆ ਪੈਂਦਾ ਤੇ ਲਗਭਗ ਸਾਰਾ ਸਾਲ ਪੈਂਦਾ। A new type of El Nino called El Nino Modoki appeared in the news। ਕਰੰਟ ਅਫੇਅਰਸ ਦਾ ਪ੍ਰਸ਼ਨ ਹੋ ਗਿਆ ਜੀ, ਨਾਲ ਹੀ ਜੋਗ੍ਰਾਫੀ ਦਾ ਵੀ ਹੈ। In this context, consider the following statements। ਸਟੇਟਮੈਂਟਾਂ ਦੱਸਤੀਆਂ ਜੀ। Normal El Nino forms in the Central Pacific Ocean, whereas El Nino Modoki forms in the Eastern Pacific Ocean। ਨਹੀਂ ਜੀ, El Nino form ਹੁੰਦਾ ਜੀ Eastern Pacific Ocean ਤੇ El Nino Modoki form ਹੁੰਦਾ ਜੀ ਸੈਂਟਰਲ ਤੇ। ਇਹ ਸਟੇਟਮੈਂਟ ਗਲਤ ਹੋ ਗਈ। Normal El Nino results in diminished hurricanes in the Atlantic Ocean, but El Nino Modoki results in a greater number of hurricanes with greater frequency। ਜਦੋਂ ਅਸੀਂ ਕਹਿੰਦੇ ਹਾਂ ਕਿ El Nino Modoki ਆ ਗਿਆ, ਇਹਦਾ ਮਤਲਬ ਹੁਣ ਹਰੀਕੈਨਸ, ਚੱਕਰਵਾਤ ਵਗੈਰਾ, ਬਾਬਰੋਲੇ, ਇਹ ਕੀ ਹੈ, ਜ਼ਿਆਦਾ ਆਉਣੇ ਆ, ਸਾਈਕਲੋਨਸ ਵਗੈਰਾ ਜ਼ਿਆਦਾ ਆਉਣੇ ਆ ਤੇ ਘੱਟ ਸਮੇਂ ਵਿੱਚ ਵੀ ਕਾਫੀ ਜ਼ਿਆਦਾ ਆ ਜਾਣੇ ਆ। ਤੇ El Nino ਵਿੱਚ ਇਹ ਕੇਸ ਨਹੀਂ ਹੁੰਦਾ, ਉਸ ਵਿੱਚ ਹਰੀਕੇਨਸ ਘੱਟ ਹੋ ਜਾਂਦੇ ਆ ਤੇ ਭਾਰਤ ਵਰਗੇ ਇਲਾਕੇ ਵਿੱਚ ਵਰਸ਼ਾ ਵੀ ਘੱਟ ਹੁੰਦੀ ਹੈ। ਕਰੈਕਟ ਦੇਖਣਾ ਜੀ ਆਪਾਂ, ਬੀ ਸਹੀ ਹੈ ਜੀ, ਬੀ ਦੂਜੀ ਸਟੇਟਮੈਂਟ ਸਹੀ ਹੈ। Normal El Nino forms in South Eastern Pacific। ਸਾਊਥ ਈਸਟਰਨ ਪੈਸੀਫਿਕ 'ਚ ਹੁੰਦਾ ਜੀ, ਦੱਖਣ ਪੂਰਬ ਪ੍ਰਸ਼ਾਂਤ ਮਹਾਸਾਗਰ ਵਿੱਚ। ਜਦ ਕਿ El Nino Modoki ਇਹ ਕਿੱਥੇ ਫਾਰਮ ਹੁੰਦਾ ਆ, ਸੈਂਟਰਲ ਪੈਸੀਫਿਕ ਤੇ ਇਹਦੇ ਕਰਕੇ ਗ੍ਰੇਟਰ ਨੰਬਰ ਆਫ ਹਰੀਕੇਨਸ ਫਾਰਮ ਹੁੰਦੇ ਆ ਜੀ। Which one of the following reflects back more sunlight as compared to other three? ਦੱਸੋ ਜੀ, ਅਲਬੀਡੋ ਕਿਹੜੀ ਜ਼ਿਆਦਾ ਆ, ਕਿਹੜਾ ਸਰਫੇਸ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਰਿਫਲੈਕਟ ਕਰਦਾ? ਡੈਜ਼ਰਟ ਸੈਂਡ, ਹਾਂ ਸੈਂਡ ਵੀ ਕਾਫੀ ਕਰਦੀ ਆ। ਪੈਡੀ ਕ੍ਰੌਪ ਵਗੈਰਾ ਘੱਟ ਕਰਦੀਆਂ, ਕਾਫੀ ਅਬਜ਼ੋਰਬ ਕਰ ਲੈਂਦੇ। ਪ੍ਰੇਰੀ ਲੈਂਡ, ਇੱਥੇ ਘਾਹ ਹੁੰਦਾ ਆ। ਲੈਂਡ ਕਵਰਡ ਵਿਦ ਫਰੈਸ਼ ਸਨੋ, ਇਹ ਆ ਜੀ ਜਿੱਥੇ ਬਰਫ਼ ਆ ਨਾ, ਬਰਫ਼ ਸਨੋ, ਉਹ ਸਨੋ ਦੀ ਕਾਫੀ ਜ਼ਿਆਦਾ ਅਲਬੀਡੋ ਹੁੰਦੀ ਆ, ਇਹ ਕਾਫੀ ਲਾਈਟ ਰਿਫਲੈਕਟ ਬੈਕ ਕਰ ਦਿੰਦੇ ਜੀ। ਆਨਸਰ ਕੀ ਹੋ ਗਿਆ ਫਿਰ, ਸੀ। ਇਹ ਜੋਗ੍ਰਾਫਿਕ ਰੀਜਨ ਹੈਜ਼ ਦਾ ਫੋਲੋਇੰਗ ਡਿਸਟਿੰਕਟ ਕਰੈਕਟਰਿਸਟਿਕ। ਦੱਸਿਆ ਗਿਆ ਜੀ ਕੋਈ ਭੂਗੋਲਿਕ ਏਰੀਆ ਆ, ਖੇਤਰ ਆ, ਉਹਦੀ ਆਹ ਕਰੈਕਟਰਿਸਟਿਕ ਦੱਸੀਆਂ ਗਈਆਂ ਤੇ ਆਪਾਂ ਦੱਸਣਾ ਜੀ ਇਹ ਕਿਹੜੇ ਏਰੀਏ ਦੀ ਗੱਲ ਹੋ ਰਹੀ ਆ। ਵਾਰਮ ਐਂਡ ਡਰਾਈ ਕਲਾਈਮੇਟ ਜਨਰਲੀ ਗਰਮ ਤੇ ਖੁਸ਼ਕ ਹੁੰਦਾ ਜੀ। ਮਾਈਲਡ ਐਂਡ ਵੈਟ ਵਿੰਟਰ, ਜਿਹੜੀਆਂ ਸਰਦੀਆਂ ਆ ਉਹ ਬਹੁਤੀਆਂ ਜ਼ਿਆਦਾ ਠੰਡੀਆਂ ਨਹੀਂ ਹੁੰਦੀਆਂ, ਮਾਈਲਡ ਹੁੰਦੀਆਂ ਤੇ ਸਰਦੀਆਂ ਵਿੱਚ ਮੀਂਹ ਪੈਂਦਾ, ਵੈਟ ਹੁੰਦੀਆਂ, ਠੀਕ ਹੈ ਜੀ। ਐਵਰਗ੍ਰੀਨ ਓਕ ਟਰੀਜ਼, ਉੱਥੇ ਐਵਰਗ੍ਰੀਨ ਓਕ ਟਰੀ ਪਾਏ ਜਾਂਦੇ ਆ, ਬਰਗਰ ਟਾਈਪ ਦੇ ਪੇੜ ਹੁੰਦੇ ਜੀ, ਇਹ ਪਾਏ ਜਾਂਦੇ। ਇਹ ਦੱਸੋ ਜੀ ਕਿਹੜੇ ਰੀਜ਼ਨ ਦੀ ਗੱਲ ਹੋ ਰਹੀ ਆ। ਆਪਾਂ ਆਹ ਕੀ ਪੁਆਇੰਟ ਚੱਕ ਲੈਣਾ ਕਿ ਸਰਦੀਆਂ ਵਿੱਚ ਮੀਂਹ ਪੈਂਦਾ, ਠੀਕ ਹੈ ਜੀ। ਬਾਕੀ ਕੰਡੀਸ਼ਨਾਂ ਵੀ ਕਿਹਦੀਆਂ ਹੈ ਜੀ, ਇਹ ਮੈਡੀਟਰੇਨੀਅਨ ਕਲਾਈਮੇਟ ਦੀਆਂ ਆ, ਮੈਡੀਟਰੇਨੀਅਨ ਰੀਜਨ ਵਿੱਚ ਮੈਡੀਟਰੇਨੀਅਨ ਕਲਾਈਮੇਟ ਦੀਆਂ ਆਹ ਕਰੈਕਟਰਿਸਟਿਕਸ ਆ ਜੀ।
दसो जी किहड़ा रीजन है? मैडिटेरेनियन रीजन। मैडिटेरेनियन क्लाइमेट हैव माइल्ड मतलब घट, रेनी विंटर सर्दियाँ ज़्यादा ठंडियां नहीं, सर्दियों में मीह पैंदा ते गर्मियां काफ़ी गर्म होंदियां ते ड्राई होंदी है जी, हॉट एंड ड्राई समर। एंड एवरग्रीन ओक भी इत्थे पाए जाते हैं जी पेड़। वट कॉजेज वाइंड टू डिफ्लैक्ट वाट्स लैफ्ट इन द साउथर्न हैमीस्फीयर? दसो जी साउथर्न हैमीस्फीयर विच जां आपां सिंपल कह लईए नॉर्दर्न हैमीस्फीयर विच भी धरती ते वाइंड की रिफ्लैक्शन क्यों होंदी है? आ देखो जी आ साड़ी धरती है, ठीक। हुण धरती तुहानूं पता किधर नूं घूमदी है? वैस्ट तो ईस्ट वाल नूं घूमदी है, ठीक। इधर नूं घूमदी है वैस्ट तो ईस्ट वाल नूं। हुण तुसीं जरा सोचो जे किसी बंदे ने इत्थों कोई पत्थर सिੱਟਿਆ इस डायरैक्शन वाल नूं, हुण जदों ਇਹ पत्थर सिੱਟਿਆ पत्थर हवा 'ਚ ਸੀ ਤਾਂ ਆਹ ਵਾਲੀ ਜਿਹੜਾ ਪੁਆਇੰਟ ਆ ਇਹ ਅੱਗੇ ਚੱਲ ਜਾਣਾ, ਠੀਕ ਹੈ ਜੀ। ਜਿਹੜੀ ਚੀਜ਼ ਇੱਥੇ ਡਿੱਗਣੀ ਚਾਹੀਦੀ ਸੀ ਉਹ ਕਿੱਥੇ ਡਿੱਗੀ? ਇੱਥੇ, ਠੀਕ ਹੈ ਨਾ। ਇੱਥੇ ਜੇ ਤੁਸੀਂ ਖੜੇ ਆ ਇੱਧਰ ਨੂੰ ਦੇਖ ਰਹੇ ਆ ਤਾਂ ਤੁਹਾਨੂੰ ਲੱਗਣਾ ਕਿ ਚੀਜ਼ ਜਾਣੀ ਸੀ ਇੱਥੇ ਪਰ ਚੀਜ਼ ਚਲ ਗਈ ਇੱਥੇ। ਤੁਹਾਨੂੰ ਲੱਗਣਾ ਕਿ ਹਾਂ ਵੀ ਸੱਜੇ ਵਾਲੇ ਪਾਸੇ ਨੂੰ ਕੋਈ ਫੋਰਸ ਲੱਗ ਗਈ ਹੈ ਜੀ, ਮੀਨ ਕੋਈ ਇੱਦਾਂ ਦੀ ਫੋਰਸ ਲੱਗੀ ਸੱਜੇ ਜਿਹਦੇ ਕਰਕੇ ਇੱਥੇ ਡਿੱਗੀ ਚੀਜ਼, ਜਦ ਕਿ ਕੋਈ ਇਹ ਫੋਰਸ ਨਹੀਂ ਆ, ਇਹ ਇਫੈਕਟ ਆ। ਇੱਥੇ ਤੁਸੀਂ ਪੱਥਰ ਸਿੱਟਿਆ, ਜਦੋਂ ਤੱਕ ਉਹ ਇੱਥੇ ਤੱਕ ਆਇਆ ਉੜਦਾ ਉੜਦਾ ਤਦ ਤੱਕ ਧਰਤੀ ਘੁੰਮ ਕੇ ਅੱਗੇ ਜਾ ਚੁੱਕੀ ਸੀ, ਉਹ ਪਿੱਛੇ ਡਿੱਗਿਆ। ਤਾਂ ਇੱਥੇ ਖੜੇ ਬੰਦੇ ਨੂੰ ਲੱਗਣਾ ਕਿ ਸੱਜੇ ਵਾਲੇ ਪਾਸੇ ਨੂੰ ਕੋਈ ਫੋਰਸ ਲੱਗੀ ਆ। ਹੁਣ ਇਹਨੂੰ ਇਸ ਹਿਸਾਬ ਨਾਲ ਸਮਝੀਏ। ਹੁਣ ਤੁਸੀਂ ਸਾਊਥ ਪੋਲ ਤੇ ਆ ਜੀ, ਸਾਊਥ ਪੋਲ ਤੇ ਤੁਸੀਂ ਕੋਈ ਪੱਥਰ ਸਿੱਟਿਆ, ਠੀਕ। ਤੇ ਜਦੋਂ ਸਿੱਟਿਆ ਪੱਥਰ ਕਿਸੇ ਬਿੰਦੂ ਤੇ ਆਉਣਾ ਚਾਹੀਦਾ ਸੀ, ਉਹ ਬਿੰਦੂ ਤਦ ਤੱਕ ਅੱਗੇ ਚਲਾ ਗਿਆ ਤੇ ਠੀਕ, ਮਤਲਬ ਜਾਣਾ ਚਾਹੀਦੀ ਸੀ ਚੀਜ਼ ਇੱਥੇ ਪਰ ਪਹੁੰਚੀ ਇੱਥੇ। ਤੁਹਾਨੂੰ ਲੱਗਾ ਕਿ ਖੱਬੇ ਵਾਲੇ ਪਾਸੇ ਨੂੰ ਕੋਈ ਫੋਰਸ ਲੱਗ ਗਈ, ਟੁਵਾਰਡਸ ਲੈਫਟ। ਇਹ ਕਿਸ ਕਰਕੇ ਹੋਇਆ ਜੀ? ਰੋਟੇਸ਼ਨ ਆਫ ਅਰਥ ਕਰਕੇ। ਇਫ ਏ ਟ੍ਰੋਪੀਕਲ ਰੇਨ ਫੋਰੈਸਟ ਇਜ਼ ਰਿਮੂਵਡ, ਦੱਸੋ ਜੀ ਭੂ-ਮੱਧ ਰੇਖਾ ਦੇ ਕੋਲ ਦੇ ਜਿਹੜੇ ਰੇਨ ਫੋਰੈਸਟ ਆ, ਜਾਂ ਸਿੰਪਲੀ ਅਸੀਂ ਕਹਿ ਲਈਏ ਵੀ ਭੂ-ਮੱਧ ਰੇਖਾ ਦੇ ਕੋਲ ਜਿੱਥੇ ਜ਼ਿਆਦਾ ਮੀਂਹ ਪੈਂਦਾ ਆ, ਸੂਰਜ ਦੀ ਕਿਰਨਾਂ ਜ਼ਿਆਦਾ ਪੈਂਦੀਆਂ ਆ, ਉਹ ਅਸੀਂ ਫੋਰੈਸਟ ਨੂੰ ਅਸੀਂ ਰਿਮੂਵ ਕਰਤਾ। ਇਟ ਡਜ਼ ਨੋਟ ਰੀਜਨਰੇਟ ਕੁਇਕਲੀ, ਤਾਂ ਉਹ ਜਲਦੀ ਦੁਬਾਰਾ ਪੈਦਾ ਨਹੀਂ ਹੁੰਦਾ ਐਜ਼ ਕੰਪੇਅਰ ਟੂ ਡੈਸੀਡੁਅਸਟ ਫੋਰੈਸਟ। ਜਿਹੜਾ ਥੋੜ੍ਹਾ ਉਹ ਜੰਗਲ ਜਿੱਥੇ ਪੱਤੇ ਝੜ ਜਾਂਦੇ ਆ, ਜਿਹੜਾ ਭੂ-ਮੱਧ ਰੇਖਾ ਤੋਂ ਥੋੜ੍ਹਾ ਦੂਰ ਪਾਇਆ ਜਾਂਦਾ ਜਨਰਲੀ ਜੰਗਲ, ਉਹਦੇ ਕੰਪੈਰੀਜ਼ਨ ਟ੍ਰੋਪੀਕਲ ਰੇਨ ਫੋਰੈਸਟ ਨੂੰ ਜੇ ਅਸੀਂ ਰਿਮੂਵ ਕਰਤਾ ਤੇ ਉਹ ਜਨਰਲੀ ਰੀਜਨਰੇਟ ਨਹੀਂ ਹੁੰਦਾ। ਦੱਸੋ ਜੀ ਇਹਦਾ ਕੀ ਕਾਰਨ ਆ? ਇਹ ਆ ਜੀ ਆਨਸਰ, ਦ ਸੋਇਲ ਆਫ ਰੇਨ ਫੋਰੈਸਟ ਇਜ਼ ਡੈਫੀਸ਼ੀਐਂਟ ਇਨ ਨਿਊਟ੍ਰੀਐਂਟਸ। ਅਸੀਂ ਪਹਿਲਾਂ ਵੀ ਪੜ੍ਹਿਆ ਕਿ ਟ੍ਰੋਪੀਕਲ ਰੇਨ ਫੋਰੈਸਟ ਵਿੱਚ ਭੂ-ਮੱਧ ਰੇਖਾ ਦੇ ਲਾਗੇ ਉੱਥੇ ਕੀ ਹੈ, ਕਾਫੀ ਗਰਮੀ ਪੈਂਦੀ ਹੈ, ਕਾਫੀ ਮੀਂਹ ਵੀ ਪੈਂਦਾ। ਤਾਂ ਜਦੋਂ ਜ਼ਿਆਦਾ ਮੀਂਹ ਪੈਂਦਾ ਨਾ ਤਾਂ ਮੀਂਹ ਕੀ ਕਰਦਾ, ਮਿੱਟੀ ਦੀ ਉਪਜਾਊ ਕਣ ਆਪਣੇ ਨਾਲ ਵਹਾ ਕੇ ਲੈ ਜਾਂਦਾ ਤੇ ਉੱਥੇ ਕੀ ਹੋ ਜਾਂਦਾ, ਮਿੱਟੀ ਵਿੱਚ ਨਿਊਟ੍ਰੀਐਂਟਸ ਦੀ ਕਮੀ ਹੋ ਜਾਂਦੀ ਹੈ। ਇਸ ਕਰਕੇ ਇਹ ਵਾਲੀ ਜ਼ਮੀਨ ਨਾ ਜ਼ਿਆਦਾ ਕੋਈ ਖੇਤੀ ਲਈ ਲਾਹੇਵੰਦ ਵੀ ਨਹੀਂ ਤੇ ਇੱਥੋਂ ਦੇ ਜਿਹੜੇ ਰੇਨ ਫੋਰੈਸਟ ਆ ਜਲਦੀ ਰੀਜਨਰੇਟ ਵੀ ਨਹੀਂ ਹੁੰਦੇ ਜੀ, ਠੀਕ ਹੈ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।